ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰ ਰਹੇ ਹਾਂ 4th ਕਲਾਸ ਦੀ ਬੁੱਕ ਵੈਲਕਮ ਲਾਈਫ ਤੇ ਉਹਦਾ ਸੈਕੰਡ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈਗਾ ਲੀਡਰਸ਼ਿਪ। ਇਹਦਾ ਮਤਲਬ ਹੁੰਦਾ ਹੈ ਕਿਸੇ ਸਮੂਹ ਨੂੰ, ਕਿਸੇ ਗਰੁੱਪ ਨੂੰ ਲੀਡ ਕਰਨਾ, ਅੱਗੇ ਲੈ ਕੇ ਜਾਣਾ। ਕਿ ਤੁਹਾਡੇ ਵਿੱਚ ਲੀਡਰਸ਼ਿਪ ਸਕਿੱਲ ਹੈਗੇ ਨੇ? ਜੇ ਹੈਗੇ ਨੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਚਲੋ ਹੁਣ ਆਪਾਂ ਇਹ ਚੈਪਟਰ ਸ਼ੁਰੂ ਕਰਦੇ ਹਾਂ। ए पार्ट लिसन टू मी, मेरी गल सुनो। इत्थे दो बच्चे खड़े ने। एल्डर चाइल्ड यानी कि वड्डा बच्चा कहंदा है, अदब ब्रदर वी शुड वॉश आवर हैंड्स प्रॉपरली बिफोर टेकिंग मील्स। वो कहंदा है अदब भाई सानू अपना खाना खाण तो पहला अपने हाथ चंगी तरह धोने चाहिए ने। आवर हैंड्स गेट जर्म्स फ्री आफ्टर वॉशिंग, ਤੇ ਸਾਡੇ ਹੱਥ ਧੋਣ ਤੋਂ ਬਾਅਦ ਕੀਟਾਣੂ ਤੋਂ ਮੁਕਤ ਹੋ ਜਾਂਦੇ ਨੇ, ਸਾਫ਼ ਹੋ ਜਾਂਦੇ ਨੇ। ਅਦਰਵਾਈਜ਼ ਵੀ ਕੈਨ ਬੀ ਸਿਕ, ਜੇ ਆਪਾਂ ਨਹੀਂ ਧੋਵਾਂਗੇ ਆਪਣੇ ਹੱਥ ਤੇ ਗੰਦੇ ਹੱਥਾਂ ਨਾਲ ਖਾਣਾ ਖਾ ਲਾਂਗੇ ਤੇ ਫਿਰ ਆਪਾਂ ਬਿਮਾਰ ਹੋ ਸਕਦੇ ਹਾਂ। ਯੰਗਰ ਚਾਈਲਡ ਛੋਟਾ ਬੱਚਾ ਕਹਿੰਦਾ ਹੈ, ਓਕੇ ਬ੍ਰਦਰ ਆਈ ਵਿਲ ਵਾਸ਼ ਮਾਈ ਹੈਂਡਸ ਐਵਰੀ ਡੇ। ਠੀਕ ਹੈ ਵੀਰ ਜੀ, ਮੈਂ ਹਰ ਰੋਜ਼ ਆਪਣੇ ਹੱਥ ਧੋਵਾਂਗਾ। ਐਲਡਰ ਚਾਈਲਡ, we must wash our hands even after taking our meals too. ਸਾਨੂੰ ਖਾਣਾ ਖਾਣ ਤੋਂ ਬਾਅਦ ਵੀ ਹੱਥ ਧੋਣੇ ਚਾਹੀਦੇ ਨੇ। In the same way, we must wash our hands after getting up in the morning, before going to bed and after playing too. ਤੇ ਇਸੇ ਤਰੀਕੇ ਨਾਲ ਸਾਨੂੰ ਸਵੇਰੇ ਉੱਠਣ ਤੋਂ ਬਾਅਦ ਵੀ ਹੱਥ ਧੋਣੇ ਜ਼ਰੂਰ ਚਾਹੀਦੇ ਨੇ, ਫਿਰ ਸੌਣ ਤੋਂ ਪਹਿਲਾਂ ਜ਼ਰੂਰ ਧੋਣੇ ਚਾਹੀਦੇ ਨੇ ਤੇ ਖੇਡ ਕੇ ਆ ਕੇ ਵੀ ਹੱਥ ਧੋਣੇ ਜ਼ਰੂਰੀ ਹੈਗੇ ਨੇ। ਯੰਗਰ ਚਾਈਲਡ ਛੋਟਾ ਬੱਚਾ ਕਹਿੰਦਾ ਹੈ, ਆਲ ਰਾਈਟ ਬ੍ਰਦਰ, ਠੀਕ ਹੈ ਵੀਰ ਜੀ, ਆਈ ਵਿਲ ਡੈਫੀਨੇਟਲੀ ਡੂ ਦਿਸ ਵਰਕ, ਮੈਂ ਇਦਾਂ ਹੀ ਕਰਾਂਗਾ ਜਿੱਦਾਂ ਤੁਸੀਂ ਮੈਨੂੰ ਦੱਸਿਆ। ਹੁਣ ਆਪਾਂ ਅੱਗੇ ਚੱਲਦੇ ਹਾਂ। ਬਲਰਾਜ ਕਹਿੰਦੇ, ਚਿਲਡਰਨ ਯੂ ਸ਼ੁਡ ਨਾਟ ਫਾਈਟ, ਬੱਚਿਓ ਤੁਹਾਨੂੰ ਲੜਨਾ ਨਹੀਂ ਚਾਹੀਦਾ। This is indeed very bad practice. ਇਹ ਸੱਚਮੁੱਚ ਬਹੁਤ ਮਾੜੀ ਗੱਲ ਹੈਗੀ ਹੈ। To speak loudly is also not good. ਤੇ ਉੱਚੀ ਉੱਚੀ ਬੋਲਣਾ ਵੀ ਚੰਗੀ ਗੱਲ ਨਹੀਂ ਹੈਗੀ ਹੈ। Our parents and teachers make us understand this daily. ਤੇ ਇਹ ਗੱਲ ਸਾਡੇ ਮਾਪੇ ਤੇ ਸਾਡੇ ਅਧਿਆਪਕ ਸਾਨੂੰ ਰੋਜ਼ਾਨਾ ਸਮਝਾਉਂਦੇ ਨੇ। It's written in our books too that fighting is wrong. ਤੇ ਸਾਡੀਆਂ ਕਿਤਾਬਾਂ ਵਿੱਚ ਵੀ ਲਿਖਿਆ ਹੈ ਕਿ ਲੜਨਾ ਗਲਤ ਗੱਲ ਹੈਗੀ ਹੈ। One may get injured while fighting. ਲੜਦੇ ਹੋਏ ਕੋਈ ਵੀ ਜ਼ਖਮੀ ਹੋ ਸਕਦਾ ਹੈ, ਕਿਸੇ ਨੂੰ ਵੀ ਸੱਟ ਲੱਗ ਸਕਦੀ ਹੈ। Children both speak together, ਤੇ ਬੱਚੇ ਦੋਵੇਂ ਇਕੱਠੇ ਬੋਲਦੇ ਨੇ, all right, we will not fight now onwards and will not even speak loudly. ਤੇ ਬੱਚੇ ਕਹਿੰਦੇ ਨੇ ਵੀ ਠੀਕ ਹੈ, ਅਸੀਂ ਹੁਣ ਅੱਗੇ ਨਹੀਂ ਲੜਾਂਗੇ ਕਦੇ ਵੀ ਤੇ ਨਾ ਹੀ ਉੱਚੀ ਆਵਾਜ਼ ਦੇ ਵਿੱਚ ਬੋਲਾਂਗੇ। ਫਿਰ ਐਲਡਰ ਚਾਈਲਡ ਕਹਿੰਦਾ ਹੈ, ਗੁਰਵਿੰਦਰ give this pair of scissors to me, it's very dangerous. ਵੱਡਾ ਬੱਚਾ ਕਹਿੰਦਾ, ਗੁਰਵਿੰਦਰ ਇਹ ਕੈਂਚੀ ਮੈਨੂੰ ਦੇ ਦਿਓ, ਇਹ ਖਤਰਨਾਕ ਹੈਗੀ ਹੈ। ਯੰਗਰ ਚਾਈਲਡ, ਵਾਈ ਬ੍ਰਦਰ, ਵਾਈ ਇਜ਼ ਇਟ ਡੇਂਜਰਸ, ਕਿਉਂ ਵੀਰ ਜੀ ਇਹ ਖਤਰਨਾਕ ਕਿਉਂ ਹੈਗੀ ਆ? ਐਲਡਰ ਚਾਈਲਡ ਵੱਡਾ ਬੱਚਾ ਕਹਿੰਦਾ ਹੈ, ਬ੍ਰਦਰ ਇਟ ਇਜ਼ ਵੈਰੀ ਸ਼ਾਰਪ, ਵੀ ਭਰਾ ਇਹ ਬਹੁਤ ਤਿੱਖੀ ਹੈਗੀ ਹੈ। As it cuts the cloth, in the same way it may cut any part of our body also. ਜਿਵੇਂ ਕਿ ਇਹ ਕੱਪੜੇ ਨੂੰ ਕੱਟਦੀ ਹੈ, ਉਸੇ ਤਰੀਕੇ ਸਾਡੇ ਸਰੀਰ ਦੇ ਕਿਸੇ ਹਿੱਸੇ ਨੂੰ ਵੀ ਕੱਟ ਸਕਦੀ ਹੈ। Just like scissors, we must take due precautions to save ourselves from sharp objects like axe, knife, needle, sickle and shovel, etc. ਕੈਂਚੀ ਵਾਂਗ ਸਾਨੂੰ ਕੁਹਾੜੀ, ਚਾਕੂ, ਸੂਈ, ਦਾਤੀ ਅਤੇ ਬੇਲਚਾ ਆਦਿ ਵਰਗੀਆਂ ਤਿੱਖੀਆਂ ਚੀਜ਼ਾਂ ਤੋਂ ਵੀ ਆਪਣੇ ਆਪ ਨੂੰ ਬਚਾਉਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਹੁਣ ਇਹ ਸਿੱਕਲ ਕੀ ਹੁੰਦਾ, ਤੁਸੀਂ ਅਜਿਹਾ ਦੇਖਿਆ ਹੋਣਾ, ਤਿੱਖਾ ਜਿਹਾ ਇਹ ਹੁੰਦਾ ਸਿੱਕਲ। ਤੇ ਸ਼ਵਲ ਕੀ ਹੁੰਦਾ, ਜਿਹਦੇ ਨਾਲ ਆਪਾਂ ਖੋਦਦੇ ਆ, ਐਦਾਂ ਕਰਕੇ ਹੁੰਦਾ ਜਿਹਦੇ ਨਾਲ ਖੁਦਾਈ ਕੀਤੀ ਜਾਂਦੀ, ਉਹਨੂੰ ਸ਼ਵਲ ਕਿਹਾ ਜਾਂਦਾ।
ਅੱਗੇ ਚੱਲਦੇ ਹਾਂ। ਯੰਗਰ ਚਾਈਲਡ, ਯੈਸ ਬ੍ਰਦਰ, ਆਈ ਵਿਲ ਟੇਕ ਡਿਊ ਕੇਅਰ ਫਰਮ ਨਾਓ ਔਨਵਰਡਸ। ਤੇ ਉਹ ਕਹਿੰਦਾ ਵੀ ਠੀਕ ਹੈ ਵੀਰ ਜੀ, ਮੈਂ ਹੁਣ ਅੱਗੇ ਤੋਂ ਧਿਆਨ ਰੱਖਾਂਗਾ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹਾਂ। ਆ ਦੇਖੋ ਇੱਥੇ ਫੇਰ ਬੱਚੇ ਬਣਾਏ ਹੋਏ ਨੇ। ਅੱਗੇ ਬਲਰਾਜ ਸਿੰਘ ਕਹਿੰਦਾ ਹੈ, ਹੇ ਮਾਈ ਡੀਅਰ ਸਿਸਟਰ, ਯੋਰ ਨੋਟਬੁੱਕ ਇਜ਼ ਕ੍ਰੂਕੇਡ। ਕ੍ਰੂਕੇਡ ਦਾ ਮਤਲਬ ਮੁੜੀ ਹੋਈ ਆ, ਟੇਢੀ ਹੈਗੀ ਹੈ। ਤੇ ਬਲਰਾਜ ਕਹਿੰਦਾ ਵੀ ਭੈਣੇ ਤੇਰੀ ਜਿਹੜੀ ਕਾਪੀ ਹੈਗੀ ਆ ਉਹ ਟੇਢੀ ਹੈਗੀ ਹੈ। ਕੀਪ ਇਟ ਸਟ੍ਰੇਟ ਐਂਡ ਡੋਂਟ ਹੋਲਡ ਦ ਪੈਨਸਿਲ ਇਨ ਦ ਫਿਸਟ। ਫਿਸਟ ਯਾਨੀ ਕਿ ਮੁੱਠੀ। ਉਹ ਕਹਿੰਦਾ ਵੀ ਨੋਟਬੁੱਕ ਨੂੰ, ਕਾਪੀ ਨੂੰ ਸਿੱਧਾ ਰੱਖੋ ਤੇ ਆਪਣੀ ਪੈਨਸਿਲ ਨੂੰ ਆਪਣੀ ਮੁੱਠੀ ਵਿੱਚ ਨਾ ਫੜੋ। ਜਸਟ ਹੋਲਡ ਇਟ ਵਿਦ ਦ ਹੈਲਪ ਆਫ ਯੋਰ ਫਿੰਗਰਸ। ਇਹਨੂੰ ਜਿਹੜੀ ਪੈਨਸਿਲ ਹੈਗੀ ਹੈ ਆਪਣੀਆਂ ਉਂਗਲਾਂ ਦੇ ਨਾਲ ਫੜੋ। He helped her to hold the pencil। ਤੇ ਉਸਨੇ ਪੈਨਸਿਲ ਫੜਨ ਦੇ ਵਿੱਚ ਆਪਣੀ ਭੈਣ ਦੀ ਮਦਦ ਵੀ ਕੀਤੀ। ਤੇ ਸਿਸਟਰ ਕਹਿੰਦੀ ਹੈ, ਓਕੇ ਬ੍ਰਦਰ, ਠੀਕ ਹੈ ਵੀਰ ਜੀ, ਮੈਂ ਏਦਾਂ ਹੀ ਫੜਾਂਗੀ। ਬਲਰਾਜ ਸਿੰਘ, ਹੇ ਆਰ ਇਨੋਸੈਂਟ ਬ੍ਰਦਰ, ਹੇ ਮੇਰੇ ਛੋਟੇ ਜੇ ਪਿਆਰੇ ਜੇ ਭੋਲੇ ਜੇ ਭਰਾ, ਯੂ ਆਰ ਰੀਡਿੰਗ ਦ ਬੁੱਕ ਕੀਪਿੰਗ ਯੋਰ ਆਈਜ਼ ਟੂ ਕਲੋਜ਼ ਟੂ ਇਟ। ਤੇ ਬਲਰਾਜ ਆਪਣੇ ਛੋਟੇ ਵੀਰ ਨੂੰ ਕਹਿੰਦਾ ਹੈ ਵੀ ਤੁਸੀਂ ਕਿਤਾਬ ਨੂੰ ਅੱਖਾਂ ਦੇ ਬਹੁਤ ਕੋਲ ਕਰਕੇ ਪੜ੍ਹ ਰਹੇ ਹੋ। ਇਟ ਕੈਨ ਅਫੈਕਟ ਯੋਰ ਆਈਸਾਈਟ। ਤੇ ਇਹ ਤੁਹਾਡੀ ਨਜ਼ਰ ਤੇ ਪ੍ਰਭਾਵ ਪਾ ਸਕਦੀ ਹੈ, ਨਜ਼ਰ ਕਮਜ਼ੋਰ ਕਰ ਸਕਦੀ ਹੈ। ਕੀਪ ਇਟ ਐਟ ਅ ਡਿਸਟੈਂਸ, ਥੋੜੀ ਦੂਰ ਰੱਖ ਕੇ ਪੜ੍ਹੋ ਇਹਨੂੰ। He tells him the proper way to hold the book। ਤੇ ਬਲਰਾਜ ਆਪਣੇ ਵੀਰ ਨੂੰ, ਆਪਣੇ ਭਰਾ ਨੂੰ ਦੱਸਦਾ ਵੀ ਸਹੀ ਤਰੀਕਾ ਕੀ ਹੈਗਾ ਕਿਤਾਬ ਨੂੰ ਫੜਨ ਦਾ। Three of them start reading them। ਫਿਰ ਉਸ ਤੋਂ ਬਾਅਦ ਤਿੰਨੋਂ ਦੇ ਤਿੰਨੋਂ ਇਕੱਠੇ ਕੁਝ ਪੜ੍ਹਨਾ ਸ਼ੁਰੂ ਕਰਦੇ ਨੇ। ਦੇਖਦੇ ਹਾਂ ਕੀ ਪੜ੍ਹਦੇ ਨੇ। First of all, the teacher will explain the meaning of word leadership। ਇੱਥੇ ਦੱਸਿਆ ਗਿਆ ਵੀ ਸਭ ਤੋਂ ਪਹਿਲਾਂ, ਅੱਗੇ ਵਧਣ ਤੋਂ ਪਹਿਲਾਂ ਅਧਿਆਪਕ ਜਿਹੜਾ ਸ਼ਬਦ ਲੀਡਰਸ਼ਿਪ ਹੈਗਾ ਉਹਦਾ ਮਤਲਬ ਸਮਝਾਣਗੇ ਬੱਚਿਆਂ ਨੂੰ। ਲੀਡਰਸ਼ਿਪ ਇਹੀ ਹੈ ਜਿਵੇਂ ਕਿਸੇ ਗਰੁੱਪ ਨੂੰ ਜਾਂ ਛੋਟਿਆਂ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਆਪਾਂ ਸਹੀ ਡਾਇਰੈਕਸ਼ਨ ਦੇ ਵਿੱਚ ਪਾਈਏ, ਸਹੀ ਰਸਤੇ ਪਾ ਦਈਏ, ਉਹਨੂੰ ਕਹੀਦਾ ਲੀਡਰਸ਼ਿਪ, ਗਰੁੱਪ ਨੂੰ ਲੀਡ ਕਰਨਾ। ਆਫਟਰ talking about the above given activities, teacher will ask, how can other leadership tasks be done? ਉੱਤੇ ਜਿਹੜੀ ਗਤੀਵਿਧੀ ਦਿੱਤੀ ਹੋਈ ਹੈ ਉਸ ਬਾਰੇ ਗੱਲ ਕਰਨ ਤੋਂ ਬਾਅਦ ਅਧਿਆਪਕ ਪੁੱਛਣਗੇ ਵੀ ਲੀਡਰਸ਼ਿਪ ਹੋਰ ਕਿਹੜੇ-ਕਿਹੜੇ ਕੰਮ ਆ ਸਕਦੀ ਹੈ। ਜੇ ਤੁਸੀਂ ਖੇਡ ਰਹੇ ਹੋ, ਮੰਨ ਲਓ ਕ੍ਰਿਕਟ ਖੇਡ ਰਹੇ ਹੋ, ਤਾਂ ਇੱਕ ਲੀਡਰ ਹੋਏਗਾ ਜੋ ਦੱਸੇਗਾ, ਜਿਵੇਂ ਕੈਪਟਨ ਹੁੰਦਾ ਵੀ ਬਾਕੀ ਖਿਡਾਰੀ ਕਿੱਥੇ-ਕਿੱਥੇ ਬੈਠਣਗੇ, ਕਦੋਂ-ਕਦੋਂ ਉਹਨਾਂ ਦੀ ਵਾਰੀ ਆਏਗੀ। ਕਿਸੇ ਵੀ ਖੇਡ ਦੇ ਵਿੱਚ, ਜਾਂ ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਸੀਂ ਸਕੂਲ ਦਾ ਪ੍ਰੋਜੈਕਟ ਬਣਾ ਰਹੇ ਹੋ, ਉਹਦੇ ਵਿੱਚ ਇੱਕ ਲੀਡਰ ਹੋਏਗਾ। ਜਿਵੇਂ ਕਲਾਸ ਦਾ ਇੱਕ ਮੋਨੀਟਰ ਹੁੰਦਾ। With the help of students, teacher will make a verbal list of such activities। ਤੇ ਵਿਦਿਆਰਥੀਆਂ ਦੀ ਮਦਦ ਦੇ ਨਾਲ ਅਜਿਹੀਆਂ ਗਤੀਵਿਧੀਆਂ ਦੀ ਇੱਕ ਸੂਚੀ ਬਣਾਈ ਜਾਏਗੀ ਜਿਹਦੇ ਵਿੱਚ ਲੀਡਰਸ਼ਿਪ ਚਾਹੀਦੀ ਹੁੰਦੀ ਹੈ। ਮੈਂ ਇੱਥੇ ਦੋ ਐਗਜ਼ਾਮਪਲ ਦੇ ਦਿੰਦੀ ਹਾਂ। ਜਿਵੇਂ ਸਪੋਰਟਸ ਹੋ ਗਿਆ, ਉਹਦੇ ਵਿੱਚ ਲੀਡਰਸ਼ਿਪ ਦੀ ਲੋੜ ਹੁੰਦੀ ਹੈ। ਸਕੂਲ ਦੇ ਜਿਹੜੇ ਪ੍ਰੋਜੈਕਟਸ ਹੋ ਗਏ ਉਹਦੇ ਵਿੱਚ ਲੀਡਰਸ਼ਿਪ ਦੀ ਲੋੜ ਹੁੰਦੀ ਹੈ। ਤੁਸੀਂ ਹੋਰ ਐਗਜ਼ਾਮਪਲ ਜ਼ਰੂਰ ਦੱਸਿਓ ਜਿਹਦੇ ਵਿੱਚ ਲੀਡਰਸ਼ਿਪ ਦੀ ਲੋੜ ਹੁੰਦੀ ਹੈ। ਅੱਗੇ ਚੱਲਦੇ ਹਾਂ। ਤਾਨਿਆਜ਼ ਬ੍ਰਦਰ, ਤਾਨਿਆ ਦਾ ਭਰਾ। ਇੱਥੇ ਦਿੱਤਾ ਹੋਇਆ ਵਨ ਐਕਟ ਪਲੇ, ਇੱਕ ਨਾਟਕ ਦਿੱਤਾ ਹੋਇਆ। ਤਾਨਿਆ ਸਟੱਡੀਜ਼ ਇਨ 4th ਸਟੈਂਡਰਡ। ਤਾਨਿਆ ਚੌਥੀ ਜਮਾਤ ਦੇ ਵਿੱਚ ਪੜ੍ਹਦੀ ਹੈ। ਹਰ ਬ੍ਰਦਰ ਅਰਮਾਨ ਇਜ਼ ਐਨਰੋਲਡ ਇਨ ਦ 1st ਸਟੈਂਡਰਡ। ਤੇ ਉਸਦਾ ਭਰਾ ਅਰਮਾਨ ਪਹਿਲੀ ਜਮਾਤ ਦੇ ਵਿੱਚ ਪੜ੍ਹਦਾ ਹੈ। ਟੁਡੇ ਤਾਨਿਆ ਇਜ਼ ਟੇਕਿੰਗ ਹਰ ਬ੍ਰਦਰ ਟੂ ਸਕੂਲ। ਤੇ ਅੱਜ ਤਾਨਿਆ ਆਪਣੇ ਭਰਾ ਨੂੰ ਸਕੂਲ ਲੈ ਕੇ ਜਾ ਰਹੀ ਹੈ। It's his first day at school। ਅੱਜ ਅਰਮਾਨ ਦਾ ਪਹਿਲਾ ਦਿਨ ਹੈਗਾ ਸਕੂਲ ਵਿੱਚ। ਤਾਨਿਆ, come on ਅਰਮਾਨ, let's go to school। hold my finger। ਆ ਰਹੀ ਤਾਨਿਆ ਤੇ ਉਹ ਅਰਮਾਨ ਨੂੰ ਕਹਿੰਦੀ ਹੈ ਵੀ ਅਰਮਾਨ ਚੱਲ ਆਪਾਂ ਚੱਲੀਏ ਸਕੂਲ ਨੂੰ, ਆ ਮੇਰੀ ਉਂਗਲ ਫੜ ਲੈ। ਅਰਮਾਨ, sister, how far is the school? ਅਰਮਾਨ ਪੁੱਛਦਾ ਹੈ ਵੀ ਦੀਦੀ ਸਕੂਲ ਕਿੰਨੀ ਕੁ ਦੂਰ ਹੈਗਾ? ਤਾਨਿਆ, brother, it's little far away। ਤੇ ਤਾਨਿਆ ਕਹਿੰਦੀ ਹੈ ਵੀ ਭਰਾ ਥੋੜਾ ਹੀ ਦੂਰ ਹੈਗਾ। look here, ਇੱਧਰ ਦੇਖੋ, it's road। ਆ ਇੱਕ ਸੜਕ ਹੈਗੀ ਹੈ। we will keep to the left of this road and walk here। ਅਸੀਂ ਸੜਕ ਦੇ ਲੈਫਟ ਤੇ ਯਾਨੀ ਕਿ ਖੱਬੇ ਪਾਸੇ ਚਲਾਂਗੇ ਤੇ ਇੱਥੇ ਹੀ
ਚੱਲਣਾ ਚਾਹੀਦਾ ਹੈ। As your shirt has pocket on the left side, in the same way, this is also the left side where we are walking. ਤੇ ਉਹ ਸਮਝਾਉਂਦੀ ਹੈ ਹੁਣ ਲੈਫਟ ਸਾਈਡ ਕਿਹੜੀ ਹੁੰਦੀ ਹੈ, ਜਿਵੇਂ ਤੁਹਾਡੀ ਸ਼ਰਟ ਤੇ ਲੈਫਟ ਸਾਈਡ ਤੇ ਖੱਬੇ ਪਾਸੇ ਇੱਕ ਪਾਕਟ ਹੈਗੀ ਹੈ, ਉਵੇਂ ਹੀ ਅਸੀਂ ਸੜਕ ਤੇ ਵੀ ਖੱਬੇ ਪਾਸੇ ਚੱਲ ਰਹੇ ਆ, ਜਿਹਨੂੰ ਆਪਾਂ ਲੈਫਟ ਸਾਈਡ ਕਹੀਦਾ। ਤੁਸੀਂ ਵੀ ਧਿਆਨ ਰੱਖਿਓ ਜਦ ਸੜਕ ਤੇ ਚੱਲਦੇ ਹੋ ਲੈਫਟ ਸਾਈਡ ਚੱਲਣਾ ਚਾਹੀਦਾ। Arman, sister, here's uncle coming from that side. He is walking on wrong side. ਤੇ ਅਰਮਾਨ ਕਹਿੰਦਾ ਵੀ ਠੀਕ ਹੈ ਆਪਾਂ ਤਾਂ ਲੈਫਟ ਸਾਈਡ ਚੱਲ ਰਹੇ ਆ, ਪਰ ਉਹ ਦੇਖੋ ਅੰਕਲ ਦੂਜੇ ਪਾਸੇ ਤੋਂ ਆ ਰਹੇ ਨੇ, ਉਹ ਗਲਤ ਪਾਸੇ ਤੁਰ ਰਹੇ ਨੇ ਨਾ। ਤੇ ਤਾਨਿਆ ਕਹਿੰਦੀ ਹੈ no ਅਰਮਾਨ, while coming back home we would also come from that side. ਹੁਣ ਜਿਹੜਾ ਬੰਦਾ ਇੱਧਰ ਨੂੰ ਸੜਕ ਨੂੰ ਜਾ ਰਿਹਾ ਹੈ ਉਹਦੀ ਲੈਫਟ ਸਾਈਡ ਆਹ ਵਾਲੀ ਹੋਏਗੀ, ਜਿਹੜਾ ਵਾਪਸ ਆ ਰਿਹਾ ਉਹਦੀ ਆਹ ਵਾਲੀ ਹੋਏਗੀ। ਤਾਂ ਉਹਦੀ ਭੈਣ ਇਹੀ ਸਮਝਾਦੀ ਹੈ ਜਦ ਆਪਾਂ ਸਕੂਲ ਨੂੰ ਜਾ ਰਹੇ ਹਾਂ ਤਾਂ ਆਪਣੀ ਲੈਫਟ ਸਾਈਡ ਏ ਵਾਲੀ ਹੋਏਗੀ, ਜਦ ਆਪਾਂ ਸਕੂਲ ਤੋਂ ਘਰ ਵਾਪਸ ਆਵਾਂਗੇ ਤਾਂ ਸਾਡੀ ਲੈਫਟ ਸਾਈਡ ਏ ਵਾਲੀ ਹੋਏਗੀ, ਆਪਾਂ ਵੀ ਉਧਰ ਵੱਲ ਨੂੰ ਚੱਲ ਕੇ ਘਰ ਨੂੰ ਜਾਵਾਂਗੇ। ਅਰਮਾਨ ਕਹਿੰਦਾ ਓਕੇ ਸਿਸਟਰ ਇਟਸ ਆਲ ਰਾਈਟ। ਤੇ ਅਰਮਾਨ ਕਹਿੰਦਾ ਠੀਕ ਹੈ ਦੀਦੀ ਮੈਨੂੰ ਸਮਝ ਆ ਗਿਆ। ਤਾਨਿਆ, ਲੁੱਕ ਬ੍ਰਦਰ ਨਾਓ ਵੀ ਹੈਵ ਟੂ ਕ੍ਰਾਸ ਦ ਰੋਡ। ਤੇ ਤਾਨਿਆ ਕਹਿੰਦੀ ਹੈ ਵੀ ਦੇਖੋ ਵੀਰ ਜੀ ਹੁਣ ਅਸੀਂ ਸੜਕ ਪਾਰ ਕਰਨੀ ਆ। ਫਸਟ ਆਫ ਆਲ ਵੀ ਲੁੱਕ ਹੇਅਰ ਔਨ ਦ ਰਾਈਟ, ਸਭ ਤੋਂ ਪਹਿਲਾਂ ਆਪਣਾ ਰਾਈਟ ਸਾਈਡ ਤੇ ਦੇਖਾਂਗੇ, then on this side यानी कि फिर ਆਪਾਂ left side ਤੇ ਦੇਖਾਂਗੇ। when the road will be clear then we'll cross it। ਜੇ ਸਾਨੂੰ ਸੱਜੇ ਖੱਬੇ ਪਾਸੇ ਕੋਈ ਵੀ ਆਂਦਾ ਹੋਇਆ ਨਾ ਦਿਸਿਆ ਫਿਰ ਆਪਾਂ ਸੜਕ ਕ੍ਰਾਸ ਕਰ ਲਾਂਗੇ। look the road is clear now, both cross the road। ਕਿਉਂਕਿ ਸੜਕ ਦੇ ਵਿੱਚ ਨਾ ਸੱਜੇ ਨਾ ਖੱਬੇ ਪਾਸੇ ਕੋਈ ਕਾਰ ਜਾਂ ਵਾਹਨ ਆ ਰਿਹਾ ਸੀ ਤਾਂ ਦੋਨਾਂ ਨੇ ਭੱਜ ਕੇ ਰੋਡ ਕ੍ਰਾਸ ਕਰ ਲਈ। ਅਰਮਾਨ, ਕਮ ਔਨ ਸਿਸਟਰ ਹਰੀ ਆਪ। ਅਰਮਾਨ ਕਹਿੰਦਾ ਵੀ ਚਲੋ ਦੀਦੀ ਛੇਤੀ ਛੇਤੀ ਕਰੋ, ਜਲਦੀ ਚਲੋ। ਤਾਨਿਆ, ਲੁੱਕ ਹੇਅਰ ਅਰਮਾਨ ਵੀ ਹੈਵ ਰੀਚਡ ਆਰ ਬਿਊਟੀਫੁਲ ਸਕੂਲ। ਤੇ ਉਸ ਤੋਂ ਬਾਅਦ ਤਾਨਿਆ ਕਹਿੰਦੀ ਹੈ ਵੀ ਅਰਮਾਨ ਆ ਦੇਖ ਆਪਾਂ ਆਪਣਾ ਸਕੂਲ ਪਹੁੰਚ ਗਏ ਹਾਂ, ਦੇਖ ਸਕੂਲ ਕਿੰਨਾ ਸੁੰਦਰ ਹੈਗਾ। We have to bow our head in respect and join our hands before entering the school। ਤੇ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਨੂੰ ਸਤਿਕਾਰ ਵਿੱਚ ਸਰ ਝੁਕਾਉਣਾ ਪੈਂਦਾ ਹੈ ਤੇ ਹੱਥ ਵੀ ਮਿਲਾ ਕੇ ਸਾਨੂੰ ਆਦਰ ਕਰਨਾ ਚਾਹੀਦਾ ਹੈ ਵੀ ਇਹ ਸਕੂਲ ਜਿਹੜਾ ਹੈਗਾ ਸਾਨੂੰ ਗਿਆਨ ਦਿੰਦਾ। ਤਾਨਿਆ ਬਾਉਜ਼ ਹਰ ਹੈਡ ਇਨ ਰਿਸਪੈਕਟ। ਤਾਨਿਆ ਆਪਣਾ ਸਰ ਝੁਕਾਉਂਦੀ ਹੈ ਸਤਿਕਾਰ ਦੇ ਵਿੱਚ ਐਂਡ ਆਸਕਸ ਅਰਮਾਨ ਟੂ ਫੋਲੋ ਦ ਸੇਮ। ਤੇ ਅਰਮਾਨ ਨੂੰ ਵੀ ਇਹੀ ਕਹਿੰਦੀ ਹੈ ਵੀ ਤੂੰ ਵੀ ਆਪਣਾ ਸਰ ਝੁਕਾ। ਅਰਮਾਨ, ਵਾਓ ਸਿਸਟਰ how many children, swings and flowers। ਤੇ ਅਰਮਾਨ ਕਹਿੰਦਾ ਦੀਦੀ ਆ ਦੇਖੋ ਕਿੰਨੇ ਸਾਰੇ ਬੱਚੇ ਹੈਗੇ ਨੇ, ਝੂਲੇ ਹੈਗੇ ਨੇ ਤੇ ਫੁੱਲ ਵੀ ਹੈਗੇ ਨੇ ਇੱਥੇ। ਤਾਨਿਆ, yes brother these are for you। ਤੇ ਉਹ ਕਹਿੰਦੀ ਹੈ ਵੀ ਹਾਂ ਛੋਟੇ ਵੀਰ ਇਹ ਸਭ ਤੁਹਾਡੇ ਲਈ ਹੈਗਾ। look at this beautiful room of your first standard। ਆ ਦੇਖੋ ਆਪਣੀ ਪਹਿਲੀ ਕਲਾਸ ਦਾ ਜਿਹੜਾ रूम हैगा, कमरा हैगा फर्स्ट क्लास का, किन्ना सोहना हैगा। We shall keep your bag here। असी तुहाडा जिहड़ा बैग है वो इत्थे रख दांगे। एक थां ते उन्होंने बस्ता रखता। You will study here now onwards। ते तुसी हुण इत्थे पढ़ोगे। Then you will play। फिर उस तो बाद तुहानू खेडन दा मौका भी मिलेगा। Come on अरमान the bell has rung। ते वो कहंदी है चलो अरमान घंटी वज गई है। There will be morning assembly now। ਹੁਣ ਆਪਾਂ ਨੂੰ ਜਾਣਾ ਪੈਣਾ ਹੈ ਕਿਉਂਕਿ ਹੁਣ morning assembly यानी ਸਵੇਰ ਦੀ ਸਭਾ ਦਾ ਟਾਈਮ ਹੋ ਗਿਆ। ਅਰਮਾਨ, a little frightened sister। ਅਰਮਾਨ ਥੋੜਾ ਘਬਰਾਇਆ ਹੋਇਆ ਕਹਿੰਦਾ ਦੀਦੀ। ਤਾਨਿਆ ਕਹਿੰਦੀ ਹੈ ਅਰਮਾਨ this is your class lane। ਤੇ ਤਾਨਿਆ ਕਹਿੰਦੀ ਅਰਮਾਨ ਇਹ ਤੇਰੀ ਕਲਾਸ ਦੀ ਲੇਨ यानी ਕਿ ਲਾਈਨ ਹੈਗੀ ਹੈ ਜਿੱਥੇ ਬੱਚੇ ਖੜੇ ਨੇ। all these children are your companions। ਇਹ ਸਾਰੇ ਬੱਚੇ ਤੁਹਾਡੇ ਸਾਥੀ ਨੇ। companion ਦਾ ਮਤਲਬ ਸਾਥੀ। they will study and play with you। ਇਹ ਤੁਹਾਡੇ ਨਾਲ ਖੇਡਣਗੇ ਵੀ ਤੇ ਤੁਹਾਡੇ ਨਾਲ ਪੜ੍ਹਨਗੇ ਵੀ।
ਨਾਓ ਸਟੈਂਡ ਵਿਦ them in the same row। ਹੁਣ ਤੁਸੀਂ ਇਹਨਾਂ ਨਾਲ ਇੱਥੇ ਖੜੇ ਹੋ ਜਾਓ ਇਕੱਠੇ। there will be prayer। ਹੁਣ ਕੀ ਹੋਏਗੀ? ਪ੍ਰੇਅਰ ਹੋਏਗੀ ਸਵੇਰ ਦੀ ਸਭਾ ਦੀ। ਅੱਗੇ ਚੱਲਦੇ ਆ, ਇੱਥੇ ਦਿੱਤਾ ਹੋਇਆ ਸੈਕਿੰਡ ਸੀਨ ਯਾਨੀ ਕਿ ਦੂਜਾ ਸੀਨ। the bell rings, it's recess time now। ਘੰਟੀ ਵੱਜਦੀ ਹੈ ਤੇ ਹੁਣ ਬ੍ਰੇਕ ਹੋ ਜਾਂਦੀ ਹੈ, ਰਿਸੈਸ ਹੋ ਜਾਂਦੀ ਹੈ। ਤਾਨਿਆ brings ਅਰਮਾਨ out from first standard। ਤੇ ਤਾਨਿਆ ਆਪਣੇ ਭਰਾ ਨੂੰ ਲੈਣ ਲਈ ਜਾਂਦੀ ਹੈ ਉਹਦੀ ਕਲਾਸ ਦੇ ਵਿੱਚ। ਤੇ ਹੁਣ ਦੇਖਦੇ ਆ ਕੀ ਹੁੰਦਾ। ਤਾਨਿਆ, come my dear brother, let us wash our dirty hands from the tap। ਤੇ ਤਾਨਿਆ ਕਹਿੰਦੀ ਹੈ ਵੀ ਆ ਜਾ ਛੋਟੇ ਭਰਾ, ਆਪਾਂ ਟੂਟੀ ਵਿੱਚ ਆਂਦਾ ਪਾਣੀ ਲੈ ਕੇ ਆਪਣੇ ਗੰਦੇ ਹੱਥ ਸਾਫ਼ ਕਰ ਲੈਂਦੇ ਆ। both wash hands under the tap। ਤੇ ਉਸ ਤੋਂ ਬਾਅਦ ਦੋਵੇਂ ਭੈਣ ਭਰਾ ਆਪਣੇ ਹੱਥ ਟੂਟੀ ਹੇਠਾਂ ਕਰਕੇ ਸਾਫ਼ ਕਰਦੇ ਨੇ। now let's sit in the row and have lunch। ਤੇ ਹੁਣ ਉਹ ਕਤਾਰ ਵਿੱਚ ਬੈਠ ਕੇ ਲੰਚ ਖਾਂਦੇ ਨੇ, ਖਾਣਾ ਖਾਂਦੇ ਨੇ। let me feed you my brother। ਤੇ ਤਾਨਿਆ ਕਹਿੰਦੀ ਹੈ ਵੀ ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਖਾਣਾ ਖਵਾ ਦਿੰਨੀ ਆ, ਭੋਜਨ ਖਵਾ ਦਿੰਨੀ ਆ। we should eat food carefully। ਸਾਨੂੰ ਬੜੇ ਧਿਆਨ ਨਾਲ ਖਾਣਾ ਖਾਣਾ ਚਾਹੀਦਾ ਹੈ। if the food gets spilled on our clothes or on the floor, it would look dirty। ਜੇਕਰ ਭੋਜਨ ਸਾਡੇ ਕੱਪੜਿਆਂ ਤੇ ਜਾਂ ਫਰਸ਼ ਤੇ ਡਿੱਗ ਜਾਂਦਾ ਹੈ ਤੇ ਫਿਰ ਉਹ ਗੰਦਾ ਲੱਗਦਾ ਹੈ। we have eaten our meals। ਅਸੀਂ ਆਪਣਾ ਖਾਣਾ ਖਾ ਲਿਆ। let's clean our hands from the tap again। ਚਲੋ ਹੁਣ ਖਾਣਾ ਖਾਣ ਤੋਂ ਬਾਅਦ ਵੀ ਸਾਨੂੰ ਆਪਣੇ ਹੱਥ ਧੋਣੇ ਚਾਹੀਦੇ ਨੇ ਤੇ ਆਪਾਂ ਟੂਟੀ ਵੱਲ ਚੱਲਦੇ ਹਾਂ ਤੇ ਫਿਰ ਜਾ ਕੇ ਆਪਣੇ ਹੱਥ ਧੋਂਦੇ ਹਾਂ। ਅਰਮਾਨ, ਸਿਸਟਰ I want to have swings। ਤੇ ਅਰਮਾਨ ਕਹਿੰਦਾ ਵੀ ਦੀਦੀ ਮੇਰਾ ਦਿਲ ਕਰ ਰਿਹਾ ਵੀ ਮੈਂ ਝੂਟੇ ਲੈਣੇ ਨੇ। ਤਾਨਿਆ, of course let's play। ਤੇ ਤਾਨਿਆ ਕਹਿੰਦੀ ਹੈ ਹਾਂ ਹਾਂ ਬਿਲਕੁਲ, ਚਲੋ ਖੇਡਦੇ ਹਾਂ। both take swings, run and catch each other। ਦੋਵੇਂ ਝੂਲੇ ਲੈਂਦੇ ਨੇ, ਦੌੜਦੇ ਨੇ ਤੇ ਇੱਕ ਦੂਜੇ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ। in the meantime duration of recess ends। ਤੇ ਇਸ ਦੌਰਾਨ ਜਿਹੜੀ ਰਿਸੈਸ ਹੈਗੀ, ਅੱਧੀ ਛੁੱਟੀ ਹੈਗੀ ਹੈ, ਉਹਦਾ ਸਮਾਂ ਖਤਮ ਹੋ ਜਾਂਦਾ ਹੈ। ਤਾਨਿਆ, come on ਅਰਮਾਨ, recess is over। ਤੇ ਤਾਨਿਆ ਕਹਿੰਦੀ ਹੈ ਵੀ ਅਰਮਾਨ ਚਲੋ ਸਾਡੀ ਜਿਹੜੀ ਬ੍ਰੇਕ ਹੈਗੀ ਆ ਉਹ ਖਤਮ ਹੋ ਗਈ ਆ। you go to your class। ਤੁਸੀਂ ਆਪਣੀ ਕਲਾਸ ਵੱਲ ਨੂੰ ਜਾਓ। study from your teacher। ਤੇ ਆਪਣੇ ਅਧਿਆਪਕ ਤੋਂ ਬੜੇ ਧਿਆਨ ਨਾਲ ਪੜ੍ਹਾਈ ਕਰੋ। we will go home after the school is over। ਤੇ ਸਕੂਲ ਖਤਮ ਹੋਣ ਤੋਂ ਬਾਅਦ ਅਸੀਂ ਘਰ ਜਾਵਾਂਗੇ। now you go and study my sweet brother। ਤੇ ਉਹ ਕਹਿੰਦੀ ਹੈ ਵੀ ਹੁਣ ਤੁਸੀਂ ਜਾਓ ਤੇ ਮੇਰੇ ਛੋਟੇ ਵੀਰ ਜਾ ਕੇ ਪੜ੍ਹੋ। ਇੱਥੇ ਦਿੱਤੇ ਹੋਏ ਨੇ ਕੁਝ ਓਰਲ ਕੁਐਸਚਨਸ, ਚਲੋ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕੀ ਕੀ ਪੁੱਛਿਆ। ਫਰਸਟ ਕੁਐਸਚਨ, why did ਤਾਨਿਆ have to help ਅਰਮਾਨ। ਤਾਨਿਆ ਨੂੰ ਅਰਮਾਨ ਦੀ ਮਦਦ ਕਰਨ ਦੀ ਲੋੜ ਕਿਉਂ ਪਈ ਸੀ? ਤੇ ਮੈਂ ਇੱਥੇ ਆਨਸਰ ਲਿਖਿਆ, ਤਾਨਿਆ had to help ਅਰਮਾਨ because it was ਅਰਮਾਨ's first day at school। ਤਾਨਿਆ ਨੂੰ ਅਰਮਾਨ ਦੀ ਮਦਦ ਕਰਨੀ ਇਸ ਲਈ ਪਈ ਕਿਉਂਕਿ ਸਕੂਲ ਵਿੱਚ ਅਰਮਾਨ ਦਾ ਪਹਿਲਾ ਦਿਨ ਸੀ। ਸੈਕੰਡ ਕੁਐਸਚਨ, what example did ਤਾਨਿਆ give to ਅਰਮਾਨ to walk to the left side। ਯਾਨੀ ਕਿ ਉਸਨੇ ਲੈਫਟ ਸਾਈਡ ਤੇ ਚੱਲਣ ਦੇ ਲਈ ਕੀ ਉਦਾਹਰਨ ਦਿੱਤਾ ਅਰਮਾਨ ਨੂੰ? she said walk on that side which has pocket on the shirt। ਉਸਨੇ ਇਹ ਕਿਹਾ ਵੀ ਉਸ ਪਾਸੇ ਤੁਰਦੇ ਰਹੋ ਜਿਸ ਪਾਸੇ ਤੁਹਾਡੇ ਕਮੀਜ਼ ਦੇ ਵਿੱਚ ਜੇਬ ਹੈਗੀ ਹੈ, ਲੈਫਟ ਸਾਈਡ। ਤੀਜਾ ਸਵਾਲ, what should be done before crossing the road। ਸੜਕ ਨੂੰ ਪਾਰ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ? we should first look on the left। ਪਹਿਲਾਂ ਸਾਨੂੰ ਲੈਫਟ ਸਾਈਡ ਦੇਖਣਾ ਚਾਹੀਦਾ ਹੈ। then on the right side, ਫਿਰ ਰਾਈਟ ਸਾਈਡ ਦੇਖਣਾ ਚਾਹੀਦਾ ਹੈ। ਸੜਕ ਨੂੰ ਫੇਰ ਹੀ ਪਾਰ ਕਰਨਾ ਚਾਹੀਦਾ ਹੈ। ਅਗਲਾ ਸਵਾਲ, what did ਤਾਨਿਆ ask ਅਰਮਾਨ before entering the school। ਤਾਨਿਆ ਨੇ ਅਰਮਾਨ ਤੋਂ ਕੀ ਪੁੱਛਿਆ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ? ਇੱਥੇ ਮੈਂ ਆਨਸਰ ਲਿਖਿਆ ਹੈ, she asked him to bow and join both hands as a respectful gesture for the school and then enter into the school। ਤੇ ਤਾਨਿਆ ਨੇ ਆਪਣੇ ਭਰਾ ਨੂੰ ਕਿਹਾ ਵੀ ਪਹਿਲਾਂ ਤੁਸੀਂ ਹੱਥ ਜੋੜ ਕੇ ਸਰ ਝੁਕਾਓ ਸਤਿਕਾਰ ਦੇ ਵਿੱਚ
ਤੇ ਫਿਰ ਉਸ ਤੋਂ ਬਾਅਦ ਸਕੂਲ ਵਿੱਚ ਦਾਖਲ ਹੋਵੋ। Fifth question, have you ever done this kind of leadership? Comment, ਵੀ ਤੁਸੀਂ ਕਦੇ ਇਸ ਤਰੀਕੇ ਦੀ ਲੀਡਰਸ਼ਿਪ ਹੋਰ ਕਿਤੇ ਦਿਖਾਈ ਹੈ? ਜੇ ਦਿਖਾਈ ਹੈ ਤਾਂ ਦੱਸੋ। ਤੇ ਮੈਂ ਇੱਥੇ ਲਿਖਿਆ yes, I took my brother to a religious place. ਹਾਂ, ਮੈਂ ਆਪਣੇ ਭਰਾ ਨੂੰ ਇੱਕ ਧਾਰਮਿਕ ਸਥਾਨ ਤੇ ਲੈ ਕੇ ਗਈ ਸੀ। I made him understand how to give respect and behave at the place. ਤੇ ਮੈਂ ਉਹਨੂੰ ਇਹ ਸਿਖਾਇਆ ਤੇ ਸਮਝਾਇਆ ਵੀ ਕਿਵੇਂ ਉਸ ਥਾਂ ਤੇ ਆਦਰ ਕਰੀਦਾ ਹੈ ਤੇ ਕਿਸ ਤਰੀਕੇ ਦਾ ਵਿਵਹਾਰ ਕਰੀਦਾ ਹੈ। ਅੱਗੇ ਚੱਲਦੇ ਹਾਂ। I can lead, ਯਾਨੀ ਕਿ ਮੈਂ ਬਾਕੀ ਸਭ ਨੂੰ ਅੱਗੇ ਲੈ ਕੇ ਚੱਲ ਸਕਦਾ ਜਾਂ ਮੈਂ ਅਗਵਾਈ ਕਰ ਸਕਦਾ। C part, let's decorate our school. Song ਹੈਗਾ ਇੱਕ ਵੀ ਚਲੋ ਆਪਣੇ ਸਕੂਲ ਨੂੰ ਸਜਾਈਏ, ਉਹਦੇ ਤੇ ਇੱਕ ਗਾਣਾ ਹੈਗਾ। The children sat together and planned. ਬੱਚੇ ਇਕੱਠੇ ਬੈਠ ਗਏ ਤੇ ਯੋਜਨਾ ਬਣਾਉਣ ਲੱਗੇ। Let's make such a preparation. Let's glorify our school. ਆਓ ਅਜਿਹੀ ਤਿਆਰੀ ਕਰੀਏ, ਆਓ ਆਪਣੇ ਸਕੂਲ ਨੂੰ ਹੋਰ ਵਡਿਆਈ ਕਰਕੇ ਵਧੀਆ ਬਣਾਈਏ। My beautiful presentation. ਮੈਂ ਸੁੰਦਰ ਤਰੀਕੇ ਦੇ ਨਾਲ ਇਸ ਨੂੰ ਪੇਸ਼ ਕਰਾਂਗਾ। Let everyone sings its praise. Let's add to its grace. ਚਲੋ ਹਰ ਕੋਈ ਇਸ ਦੀ ਵਧਾਈ ਕਰੇ, ਉਹ ਗੀਤ ਗਾਏ ਤੇ ਨਾਲ ਦੀ ਨਾਲ ਇਸ ਦੀ ਜਿਹੜੀ ਗ੍ਰੇਸ ਹੈਗੀ ਹੈ, ਸ਼ਾਨ ਹੈਗੀ ਹੈ, ਉਹਦੇ ਵਿੱਚ ਵਾਧਾ ਵੀ ਕਰੇ। ਕੀ ਸੁਜੈਸਟ ਕੀਤਾ ਸਾਰਿਆਂ ਨੇ, ਦੇਖਦੇ ਹਾਂ। Just suggested that he would make morning assembly interesting. ਜਸ ਨੇ ਸੁਝਾਅ ਦਿੱਤਾ ਕਿ ਉਹ ਸਵੇਰ ਦੀ ਸਭਾ ਨੂੰ ਦਿਲਚਸਪ ਬਣਾਏਗਾ। Meet took the responsibility of organizing Bal Sabha, and that was wondrous thing. ਤੇ ਮੀਤ ਨੇ ਇਹ ਜ਼ਿੰਮੇਵਾਰੀ ਲਈ ਕਿ ਉਹ ਬਾਲ ਸਭਾ ਦਾ ਆਯੋਜਨ ਕਰੇਗਾ ਜਾਂ ਕਰੇਗੀ ਤੇ ਇਹ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਸੀ। ਸ਼ਗੁਨ ਐਂਡ ਖੁਸ਼ੀ ਸਪੀਕ ਟੂਗੇਦਰ ਤੇ ਇੰਨੀ ਦੇਰ ਨੂੰ ਸ਼ਗਨ ਤੇ ਖੁਸ਼ੀ ਇਕੱਠੇ ਬੋਲ ਪਏ। ਵੀ ਵਿਲ ਮੇਕ ਭਗਤ ਸਿੰਘ ਹਾਊਸ, ਅਸੀਂ ਭਗਤ ਸਿੰਘ ਦਾ ਘਰ ਬਣਾਵਾਂਗੇ। ਵੀ ਵਿਲ ਡੈਕੋਰੇਟ ਇਟ ਬਾਈ ਕਲੀਨਿੰਗ ਤੇ ਅਸੀਂ ਉਸਨੂੰ ਸਜਾਵਾਂਗੇ ਤੇ ਉਸਦੀ ਸਫਾਈ ਕਰਾਂਗੇ। ਸੋ ਕਿਊਰੀਓਸਿਟੀ ਵੀ ਵਿਲ ਅਰੋਜ਼ ਤੇ ਉਸ ਤੋਂ ਬਾਅਦ ਅਸੀਂ ਲੋਕਾਂ ਵਿੱਚ ਉਤਸੁਕਤਾ ਵੀ ਜਗਾਵਾਂਗੇ। ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਭਗਤ ਸਿੰਘ ਸਾਡੇ ਪੰਜਾਬ ਦੇ ਸ਼ਹੀਦਾਂ ਵਿੱਚੋਂ ਇੱਕ ਹੈਗੇ ਨੇ ਜਿਨ੍ਹਾਂ ਨੇ ਆਪਣੀ ਜਾਨ ਵਾਰਤੀ ਸੀ। ਕਿਹਦੇ ਲਈ? ਆਪਣੇ ਲੋਕਾਂ ਲਈ, ਆਪਣੇ ਦੇਸ਼ ਲਈ, ਤਾਂ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਜਾ ਸਕੇ। ਅੱਗੇ 4 of the children got up and shouted. 4 ਬੱਚੇ ਇਕੱਠੇ ਖੜੇ ਹੋ ਕੇ ਰੌਲਾ ਪਾਉਣ ਲੱਗ ਪਏ। We will form relay team ਤੇ ਅਸੀਂ ਇੱਕ ਰਿਲੇ ਟੀਮ ਬਣਾਵਾਂਗੇ। We'll handle baton to one another. ਅਸੀਂ ਖੇਡ ਦੇ ਵਿੱਚ ਇੱਕ ਦੂਜੇ ਨੂੰ ਜਾਂ ਡੰਡਾ ਫੜਾਉਣਾ ਹੁੰਦਾ ਉਹ ਦਵਾਂਗੇ। On coming back winning, we'll scream ਤੇ ਆਪਣੇ ਸਕੂਲ ਨੂੰ ਜਦ ਆਪਾਂ ਜਿਤਾ ਕੇ ਆ ਜਾਵਾਂਗੇ ਉਸ ਤੋਂ ਬਾਅਦ ਅਸੀਂ ਰੌਲਾ ਪਾਵਾਂਗੇ। ਕਰਨ ਤਰਨ ਐਂਡ ਚਰਨ ਸੈਡ, ਕਰਨ ਤਰਨ ਤੇ ਚਰਨ ਨੇ ਕੀ ਕਿਹਾ? We will decorate our flower garden. ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਫੁੱਲਾਂ ਦਾ ਜਿਹੜਾ ਬਾਗ ਹੈਗਾ ਉਹਨੂੰ ਤਿਆਰ ਕਰਾਂਗੇ, ਉਹਦਾ ਧਿਆਨ ਰੱਖਾਂਗੇ। By carefully pouring water, we'll glorify it now and then. ਬੜੇ ਪਿਆਰ ਨਾਲ ਸੰਭਾਲ ਕੇ ਅਸੀਂ ਉਹਦੇ ਵਿੱਚ ਪਾਣੀ ਪਾਵਾਂਗੇ ਤੇ ਨਾਲ ਦੀ ਨਾਲ ਉਸਦੀ ਵਡਿਆਈ ਕਰਾਂਗੇ, ਉਸਨੂੰ ਹੋਰ ਵਧੀਆ ਬਣਾਵਾਂਗੇ। 5 monitors got up. 5 ਜਿਹੜੇ ਮੋਨੀਟਰ ਸੀ ਉਹ ਖੜੇ ਹੋ ਗਏ। And make us understand ਤੇ ਉਹਨਾਂ ਨੇ ਸਾਨੂੰ ਸਮਝਾਇਆ। We would handle the class. ਅਸੀਂ ਕਲਾਸ ਨੂੰ ਸੰਭਾਲਾਂਗੇ। Our duty would be wonderfully enhanced. ਤੇ ਸਾਡੀ ਜਿਹੜੀ ਡਿਊਟੀ ਹੈਗੀ ਹੈ ਉਹ ਵਧੀਆ ਤਰੀਕੇ ਦੇ ਨਾਲ ਸੰਭਾਲੀ ਜਾਏਗੀ ਤੇ ਹੋਰ ਅਸੀਂ ਜੋ ਕੰਮ ਮਿਲਣਗੇ ਉਹ ਵੀ ਕਰਾਂਗੇ। All the children got up and spoke. ਸਾਰੇ ਬੱਚੇ ਇਕੱਠੇ ਖੜੇ ਹੋ ਕੇ ਬੋਲੇ। Let's all get ready. ਆਓ ਸਾਰੇ ਤਿਆਰ ਹੋ ਜਾਈਏ। Let's all understand our responsibility. ਆਓ ਸਾਰੇ ਆਪਣੀ ਜ਼ਿੰਮੇਦਾਰੀ ਨੂੰ ਸਮਝੀਏ।
ਬਾਈ ਆਲਵੇਜ਼ ਬੀਇੰਗ ਸਟੱਡੀ, ਸਟੱਡੀ ਦਾ ਮਤਲਬ ਹੁੰਦਾ ਹੈ ਵੀ ਸੰਤੁਲਿਤ ਰਹਿ ਕੇ। ਸਾਰੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਨਾ, ਕਿਸੇ ਇੱਕ ਤੇ ਤਾਂ ਲੋਡ ਆਇਆ ਨਹੀਂ ਜ਼ਿੰਮੇਵਾਰੀ ਦਾ, ਤੇ ਉਹ ਕਹਿੰਦੇ ਨੇ ਵੀ ਸਾਰੇ ਦੇ ਸਾਰੇ ਅਸੀਂ ਇਕੱਠੇ ਹੋ ਕੇ ਜ਼ਿੰਮੇਵਾਰੀ ਸੰਭਾਂਗੇ ਤੇ ਇਦਾਂ ਹੀ ਕੰਮ ਕਰਦੇ ਰਹਾਂਗੇ ਤੇ ਆਪਣੇ ਸਕੂਲ ਦਾ ਨਾਂ ਕੀ ਕਰਾਂਗੇ, ਰੋਸ਼ਨ। ਅੱਗੇ ਵੀ ਕਿਹਾ ਗਿਆ ਲੈਟਸ ਆਲ ਵਰਕ ਟੁਗੇਦਰ, ਆਓ ਸਾਰੇ ਇਕੱਠੇ ਕੰਮ ਕਰੀਏ, ਐਂਡ ਮੇਕ ਅ ਵੰਡਰਫੁਲ ਪਲਾਨ, ਤੇ ਇੱਕ ਸ਼ਾਨਦਾਰ ਯੋਜਨਾ ਬਣਾਈਏ। ਲੈਟਸ ਗੈਟ ਸਟਾਰਟਡ, ਆਓ ਸ਼ੁਰੂ ਕਰੀਏ, ਐਂਡ ਲੈਟ ਆਰ ਸਕੂਲ ਸ਼ਾਈਨ, ਤੇ ਸਾਡਾ ਸਕੂਲ ਉਸ ਤੋਂ ਬਾਅਦ ਉਸ ਦਾ ਨਾਂ ਕੀ ਹੋ ਜਾਏਗਾ, ਰੋਸ਼ਨ। ਅੱਗੇ ਦਿੱਤੇ ਹੋਏ ਨੇ ਫੇਰ ਤੋਂ ਓਰਲ ਕੁਐਸਚਨਸ, ਯਾਨੀ ਮੂੰਹ ਜ਼ਬਾਨੀ ਜਿਨ੍ਹਾਂ ਦਾ ਜਵਾਬ ਦੇਣਾ ਹੈ। ਪਹਿਲਾ ਕੁਐਸਚਨ ਹੈਗਾ ਵਿਚ ਆਰ ਦ ਕਾਮਨ ਚਿਲਡਰਨ ਹੂ ਆਰਗੇਨਾਈਜ਼ ਮਾਰਨਿੰਗ ਅਸੈਂਬਲੀ ਇਨ ਆਰ ਸਕੂਲ, ਵੀ ਸਾਡੇ ਸਕੂਲ ਦੇ ਵਿੱਚ ਉਹ ਕਿਹੜੇ ਬੱਚੇ ਹੈਗੇ ਨੇ ਜਿਹੜੇ ਮਾਰਨਿੰਗ ਅਸੈਂਬਲੀ ਆਯੋਜਿਤ ਕਰਦੇ ਨੇ। ਖਾਸ ਤੌਰ ਤੇ ਜਿਹੜਾ ਨਾਂ ਦਿੱਤਾ ਗਿਆ ਸੀ ਉਹ ਜਸ ਦਾ ਸੀਗਾ, ਪਰ ਇਸ ਤੋਂ ਇਲਾਵਾ ਜਿਵੇਂ ਮੀਤ ਜਿਹੜੀ ਹੈਗੀ ਹੈ ਉਹ ਬਾਲ ਸਭਾ ਆਰਗੇਨਾਈਜ਼ ਕਰ ਰਹੇ ਸੀ, ਤੇ ਜੇ ਤੁਸੀਂ ਬਾਕੀਆਂ ਦੇ ਨਾਂ ਲਿਖਣੇ ਨੇ ਉਹ ਲਿਖ ਸਕਦੇ ਹੋ, ਮੀਤ ਹੋ ਗਏ, ਸ਼ਗੁਨ ਹੋ ਗਏ, ਤੇ ਨਾਲ ਦੀ ਨਾਲ ਖੁਸ਼ੀ। ਅਗਲਾ ਸੈਕਿੰਡ ਕੁਐਸਚਨ, ਹੂ ਇਜ਼ ਟਾਕਿੰਗ ਅਬਾਊਟ ਆਰਗੇਨਾਈਜ਼ਿੰਗ ਦ ਬਾਲ ਸਭਾ ਅਲੋਂਗ ਵਿਦ ਦ ਟੀਚਰਸ, ਵੀ ਅਧਿਆਪਕਾਂ ਨਾਲ ਰਲ ਕੇ ਬਾਲ ਸਭਾ ਆਯੋਜਿਤ ਕਰਨ ਦੀ ਗੱਲ ਕੌਣ ਕਰ ਰਿਹਾ ਸੀ, ਮੀਤ। ਤੀਜਾ, ਸ਼ਗੁਨ ਐਂਡ ਖੁਸ਼ੀ ਵਾਂਟਸ ਟੂ ਡੈਕੋਰੇਟ ਦ ਸਕੂਲ, ਵਾਟ ਇਜ਼ ਦ ਨੇਮ ਆਫ देयर ਹਾਊਸ, ਸਕੂਲ ਦੇ ਵਿੱਚ ਨਾ ਘਰ ਹੁੰਦੇ ਨੇ ਤਾਂ ਕਿ ਬੱਚਿਆਂ ਨੂੰ ਵੱਖ-ਵੱਖ ਗਰੁੱਪਸ ਦੇ ਵਿੱਚ ਵੰਡਿਆ ਜਾਏ, ਤੇ ਜਿਹੜੇ ਮੀਤ। Third question, Shagun and Khushi wants to decorate the school. What is the name of their house? School ਦੇ ਵਿੱਚ ਵੱਖ-ਵੱਖ ਨਾਮ ਹੁੰਦੇ ਨੇ ਹਾਊਸ ਦੇ ਤਾਂ ਕਿ ਬੱਚਿਆਂ ਨੂੰ ਵੱਖ-ਵੱਖ ਗਰੁੱਪਸ ਦੇ ਵਿੱਚ ਵੰਡਿਆ ਜਾ ਸਕੇ। ਇੱਥੇ ਇਹ ਪੁੱਛਿਆ ਗਿਆ ਵੀ ਸ਼ਗੁਨ ਤੇ ਖੁਸ਼ੀ ਦਾ ਕਿਹੜਾ ਹਾਊਸ ਸੀ, ਕਿਹੜਾ ਗਰੁੱਪ ਸੀ, ਉਹਨਾਂ ਦੇ ਹਾਊਸ ਦਾ ਨਾਮ ਸੀ ਭਗਤ ਸਿੰਘ। Fourth, in relay race, which thing do the children hold in their hands while running? Relay race ਦੇ ਵਿੱਚ ਬੱਚਿਆਂ ਦੇ ਹੱਥ ਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ ਜਦੋਂ ਦੌੜਦੇ ਨੇ? They carry a baton, ਇਹਦਾ ਮਤਲਬ ਹੁੰਦਾ ਹੈ ਕੋਈ ਡੰਡਾ, ਕੋਈ ਸਟਿਕ ਫੜਦੇ ਨੇ ਤੇ ਇੱਕ ਦੂਜੇ ਨੂੰ ਦਿੰਦੇ ਨੇ। Fifth question, what are the names of children who take care of the garden? ਜਿਹੜੇ ਬੱਚੇ ਗਾਰਡਨ ਦਾ ਧਿਆਨ ਰੱਖਣਗੇ ਉਹਨਾਂ ਦੇ ਨਾਂ ਕੀ ਨੇ? ਕਰਨ, ਤਰਨ ਤੇ ਚਰਨ। Sixth, in which activities does the monitor of the class lead? ਜਿਹੜਾ ਕਲਾਸ ਦਾ ਮੋਨੀਟਰ ਹੈ ਉਹ ਕਿਹੜੀਆਂ ਗਤੀਵਿਧੀਆਂ ਦੇ ਵਿੱਚ ਅਗਵਾਈ ਕਰਦੇ ਨੇ? ਤੇ ਮੈਂ ਇੱਥੇ ਲਿਖਿਆ ਹੀ, ਤੁਸੀਂ she ਵੀ ਵਰਤ ਸਕਦੇ ਹੋ ਜੇ ਕੁੜੀ ਹੈਗੀ ਹੈ ਮੋਨੀਟਰ, ਹੀ ਦੀ ਥਾਂ ਤੇ। He tells students about the homework, ਉਹ ਬੱਚਿਆਂ ਨੂੰ ਹੋਮਵਰਕ ਬਾਰੇ ਦੱਸਦੇ ਨੇ। He puts students on duty of cleanliness of the class, ਬੱਚਿਆਂ ਦੀ ਡਿਊਟੀ ਲਾਉਂਦੇ ਨੇ ਸਫਾਈ ਕਰਨ ਦੀ। He takes them in lines if they have to move out of the class, ਜੇ ਉਹਨਾਂ ਨੇ ਕਲਾਸ ਤੋਂ ਬਾਹਰ ਜਾਣਾ ਹੈ ਤੇ ਉਹਨਾਂ ਦੀ ਲਾਈਨਾਂ ਬਣਵਾਉਂਦੇ ਨੇ। He reads chapter in the class, ਤੇ ਕਈ ਵਾਰ ਚੈਪਟਰ ਵੀ ਪੜ੍ਹਦੇ ਨੇ ਕਲਾਸ ਦੇ ਵਿੱਚ। And performs other responsibilities assigned by the teacher, ਤੇ ਅਧਿਆਪਕ ਦੁਆਰਾ ਦਿੱਤੀਆਂ ਗਈਆਂ ਹੋਰ ਜਿਹੜੀ ਜ਼ਿੰਮੇਵਾਰੀਆਂ ਹੈਗੀਆਂ ਉਹ ਵੀ ਨਿਭਾਉਂਦੇ ਨੇ। ਅਗਲਾ 7th question, where have you led, ਕਿ ਤੁਸੀਂ ਕਦੇ ਬੱਚਿਆਂ ਦੀ ਅਗਵਾਈ ਕੀਤੀ ਹੈ, ਉਹਨਾਂ ਨੂੰ ਲੀਡ ਕੀਤਾ ਹੈ। share your experience, ਆਪਣਾ ਅਨੁਭਵ ਸ਼ੇਅਰ ਕਰੋ। I have led my team in the ground, ਯਾਨੀ ਸਪੋਰਟਸ ਦੇ ਵਿੱਚ ਮੈਂ ਲੀਡ ਕੀਤਾ ਸੀ। I liked it very much, ਮੈਨੂੰ ਬਹੁਤ ਵਧੀਆ ਲੱਗਿਆ। and felt very good in leading my team, ਤੇ ਆਪਣੀ ਟੀਮ ਨੂੰ ਲੀਡ ਕਰਕੇ ਮੈਨੂੰ ਬਹੁਤ ਮਜ਼ਾ ਵੀ ਆਇਆ। ਅੱਗੇ ਚੱਲਦੇ ਹਾਂ, ਇੱਥੇ ਹੈਗਾ ਡੀ ਪਾਰਟ, who leads, ਯਾਨੀ ਕੌਣ ਅੱਗੇ ਲੀਡ ਕਰਦਾ ਹੈ, ਕੌਣ ਜ਼ਿੰਮੇਵਾਰੀ ਲੈਂਦਾ ਹੈ। ਆ ਦੇਖੋ, ਆ ਰਿਲੇ ਗੇਮ ਹੈਗੀ ਹੈ, ਡੰਡੀ ਇੱਕ ਨੇ ਦੂਜੇ ਨੂੰ ਫੜਾਣੀ ਹੁੰਦੀ ਹੈ। ਇੱਥੇ ਹੈਗੇ ਹੋਰ ਵੀ ਗੇਮਾਂ ਬਣੀਆਂ ਹੋਈ ਹੈ। ਅਸੀਂ ਕੀ ਕਰਨਾ ਹੈ ਹੁਣ ਇਹਦੇ ਵਿੱਚ, ਮੈਚ ਕਰਨਾ ਹੈ ਏ ਕਾਲਮ ਨੂੰ ਬੀ ਕਾਲਮ ਦੇ ਵਿੱਚ। ਸਭ ਤੋਂ ਪਹਿਲਾਂ ਹੈਗਾ ਹੋਮ ਲੀਡਰਸ਼ਿਪ, ਯਾਨੀ ਘਰ ਦੇ ਵਿੱਚ ਕੌਣ ਅਗਵਾਈ ਕਰਦਾ, ਕੌਣ ਲੀਡ ਕਰਦਾ? ਪੇਰੈਂਟਸ ਕਰਦੇ ਨੇ, ਮਾਪੇ ਕਰਦੇ ਨੇ। ਸਕੂਲ ਲੀਡਰਸ਼ਿਪ, ਸਕੂਲ ਦੇ ਵਿੱਚ ਕੌਣ ਲੀਡ ਕਰਦਾ? ਲੀਡ ਕਰਦੇ ਨੇ ਹੈਡ ਮਾਸਟਰ, ਪ੍ਰਿੰਸੀਪਲ ਜਿਹੜੇ ਹੈਗੇ ਨੇ। ਕਲਾਸ ਲੀਡਰਸ਼ਿਪ, ਕਲਾਸ ਦੇ ਵਿੱਚ ਕੌਣ ਲੀਡਰ ਹੁੰਦਾ ਹੈਗਾ? ਕਲਾਸ ਦੇ ਵਿੱਚ ਹੁੰਦੇ ਨੇ ਟੀਚਰ। ਲੀਡਿੰਗ ਦ ਵਿਲੇਜ,
ਪਿੰਡ ਨੂੰ ਕੌਣ ਲੀਡ ਕਰਦਾ ਹੈ? ਪਿੰਡ ਨੂੰ ਲੀਡ ਕਰਦੇ ਨੇ ਸਰਪੰਚ ਜਾਂ ਹੈਡ ਆਫ ਵਿਲੇਜ। ਲੀਡਿੰਗ ਦਾ ਹਸਪੀਟਲ, ਹਸਪਤਾਲ ਦੇ ਵਿੱਚ ਕੌਣ ਲੀਡ ਕਰਦਾ ਹੈ? ਹਸਪੀਟਲ ਦੇ ਵਿੱਚ ਹੁੰਦੇ ਨੇ ਡਾਕਟਰ, ਆਪਾਂ ਪਾਤਾ 5 ਨੰਬਰ। ਪੋਸਟ ਆਫਿਸ ਲੀਡਰਸ਼ਿਪ, ਪੋਸਟਮੈਨ ਹੁੰਦੇ ਨੇ। ਬੈਂਕ ਦੀ ਲੀਡਰਸ਼ਿਪ ਦੇ ਵਿੱਚ ਬੈਂਕ ਮੈਨੇਜਰ ਹੁੰਦੇ ਨੇ ਜੋ ਸਭ ਕੁਝ ਸੰਭਾਲਦੇ ਨੇ। ਤੇ ਇੱਥੇ ਲਿਖਿਆ ਟੀਚਰ ਵਿਲ ਟਾਕ ਅਬਾਊਟ ਲੀਡਰਸ਼ਿਪ ਆਫ ਸਕੂਲ, ਬਲਾਕ, ਡਿਸਟ੍ਰਿਕਟ, ਸਟੇਟ ਤੇ ਨੇਸ਼ਨ। ਜਿਵੇਂ ਨੇਸ਼ਨ ਦੇ ਵਿੱਚ ਕੌਣ ਲੀਡ ਕਰਦਾ? ਸਾਡੇ ਪ੍ਰੈਜ਼ੀਡੈਂਟ ਸਭ ਤੋਂ ਟੌਪ ਤੇ ਹੁੰਦੇ ਨੇ, ਠੀਕ ਹੈ। ਉਵੇਂ ਹੀ ਸਾਡੀ ਸਟੇਟ ਰਾਜ ਦੇ ਵਿੱਚ ਕੌਣ ਹੁੰਦਾ ਹੈ? ਇੱਕ ਹੁੰਦੇ ਨੇ ਸਾਡੇ ਚੀਫ ਮਿਨਿਸਟਰ ਜੋ ਬਾਕੀ ਮਿਨਿਸਟਰਸ ਦੇ ਨਾਲ ਕੰਮ ਕਰਦੇ ਨੇ, ਤੇ ਇੱਕ ਹੁੰਦੇ ਨੇ ਗਵਰਨਰ। ਉਵੇਂ ਹੀ ਨੇਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਹੁੰਦੇ ਨੇ ਤੇ ਇੱਕ ਹੁੰਦੇ ਨੇ ਪ੍ਰਾਈਮ ਮਿਨਿਸਟਰ। ਸਕੂਲ ਦੇ ਵਿੱਚ ਮੈਂ ਦੱਸਿਆ ਪ੍ਰਿੰਸੀਪਲ ਲੀਡ ਕਰਦੇ ਨੇ। ਉਵੇਂ ਹੀ ਡਿਸਟ੍ਰਿਕਟ ਨੂੰ ਲੀਡ ਕਰਨ ਵਾਲੇ ਨੂੰ ਦੋ ਨਾਮਾਂ ਤੋਂ ਜਾਣਿਆ ਜਾਂਦਾ ਹੈ। ਇੱਕ ਤਾਂ ਉਹਨੂੰ ਕਹੀਦਾ ਕਈ ਵਾਰ ਡੈਪਿਊਟੀ ਕਮਿਸ਼ਨਰ ਵੀ ਕਹਿੰਦੇ ਆ ਜੋ ਡਿਸਟ੍ਰਿਕਟ ਨੂੰ ਲੀਡ ਕਰਦੇ ਨੇ, ਜਾਂ ਫਿਰ ਜੇ ਤੁਸੀਂ ਡੈਪਿਊਟੀ ਕਮਿਸ਼ਨਰ ਨਹੀਂ ਕਹਿਣਾ ਤਾਂ ਨਾ ਸੁਣਿਆ ਹੋਣਾ ਤੁਸੀਂ ਕਲੈਕਟਰ, ਉਹ ਡਿਸਟ੍ਰਿਕਟ ਨੂੰ ਲੀਡ ਕਰਦੇ ਨੇ। ਤੇ ਜਿਹੜੇ ਬਲਾਕ ਨੂੰ ਲੀਡ ਕਰਦੇ ਨੇ ਉਹਨਾਂ ਨੂੰ ਆਪਾਂ ਕਹੀਦਾ ਬਲਾਕ ਪ੍ਰਮੁੱਖ। ਲੀਡ, ਫੋਲੋ ਐਂਡ ਮਾਰਚ ਅਹੈਡ, ਯਾਨੀ ਕਿ ਅਗਵਾਈ ਕਰੋ, ਫਿਰ ਉਸ ਤੋਂ ਬਾਅਦ ਉਹਨੂੰ ਫੋਲੋ ਕਰੋ, ਪਾਲਣਾ ਕਰੋ ਤੇ ਅੱਗੇ ਵਧੋ। ਇਹਨਾਂ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਿਓ। ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ। ਤਦ ਤੱਕ ਟੇਕ ਕੇਅਰ, ਬਾਏ ਬਾਏ।